ਆਤਮਾ ਸੁਆਮੀ। ਦੇਖੋ, ਉਸ ਪਰਮਾਤਮਾ ਨੇ ਕਰਮ ਭੂਮੀ ਧਰਤੀ 'ਤੇ ਇਨਸਾਨੀ ਜਨਮ ਦੇ ਵਿੱਚ ਕਿਸੇ ਨੂੰ ਵੀ ਜਨਮ ਦਿੱਤਾ ਹੈ। ਉੱਚੀ ਜਾਤੀ ਹੋਵੇ ਜਾਂ ਨੀਚੀ ਜਾਤੀ ਹੋਵੇ, ਕਿਸੇ ਵੀ ਜਾਤੀ ਪਾਤੀ ਦੇ ਵਿੱਚ ਵੀ ਪਰਮਾਤਮਾ ਨੇ ਇਨਸਾਨੀ ਜਨਮ ਜਿਹੜਾ ਸਾਨੂੰ ਚੋਲਾ ਮਿਲਿਆ ਹੈ, ਇਹ ਇਨਸਾਨੀ ਜਨਮ ਦੇ ਵਿੱਚ ਊਚ ਨੀਚ ਨਹੀਂ ਦੇਖੀ ਜਾਂਦੀ। ਇਹ ਇਹ ਕਿਸਮਤ ਹੈ, ਇਹ ਕਿਸਮਤ ਹੈ, ਇਹ ਕਿਸਮਤ। ਸਭ ਅਸੀਂ ਕਠਪੁਤਲੀਆਂ। ਇਹ ਸਾਡਾ ਧਾਗਾ ਉਸ ਪਰਮਾਤਮਾ ਦੇ ਹੱਥ ਵਿੱਚ ਹੈ। ਜਿਸ ਆਤਮਾ ਨੂੰ ਜਿਸਮ ਰੂਪੀ 'ਚ ਜਿਸ ਤਰ੍ਹਾਂ ਨਚਾਉਣਾ ਚਾਹੁੰਦਾ ਹੈ, ਉਹ ਨੱਚਦਾ ਹੈ। ਕੋਈ ਵੀ ਇਹ ਸੋਚੇ ਕਿ ਮੈਂ ਵੱਡੇ ਤੋਂ ਵੱਡਾ ਅਹੁਦਾ ਹਾਸਲ ਕਰ ਲਿਆ ਹੈ, ਜਾਂ ਮੈਂ ਆਪਣੀ ਜ਼ਿੰਦਗੀ ਵਿੱਚ ਇਹ ਕਮਾਇਆ ਹੈ, ਇਹ ਨਾ ਹੁੰਦਾ ਤੇ ਮੈਂ ਇਹ ਨਾ ਹੁੰਦਾ। ਹਰ ਇੱਕ ਨੂੰ ਪਰਮਾਤਮਾ ਨੇ ਹਰ ਇੱਕ ਦੇ ਕੰਨ 'ਚ ਫੂਕ ਮਾਰੀ ਹੈ, ਮੈਂ ਤੇਰੇ ਜਿਹਾ ਨਹੀਂ ਬਣਾਇਆ। ਹਰ ਇੱਕ ਆਦਮੀ ਆਪਣੇ ਆਪ ਨੂੰ ਸਿਆਣਾ ਬਣਦਾ ਹੈ। ਕੋਈ ਵੀ ਨਹੀਂ ਚਾਹੁੰਦਾ ਕਿ ਮੈਂ ਸਿਆਣਾ ਨਹੀਂ ਹਾਂ, ਸਭ ਸਿਆਣੇ ਨੇ। ਔਰ ਕਿਸਮਤ ਹੈ, ਜਿੰਦਾ ਜਿੰਦਾ ਦਾਣਾ ਪਾਣੀ ਪਰਮਾਤਮਾ ਨੇ ਜਿੱਥੇ ਜਿੱਥੇ ਲਿਖਿਆ ਹੈ, ਕੋਈ ਨਾ ਕੋਈ ਆਸਰਾ, ਕੋਈ ਨਾ ਕੋਈ ਜਰੀਆ ਬਣ ਜਾਂਦਾ ਹੈ। ਇਨਸਾਨ ਉੱਥੇ ਪਹੁੰਚ ਜਾਂਦਾ ਹੈ। ਕਿਉਂ? ਪਰਮਾਤਮਾ ਭੇਜਦਾ ਹੈ। ਉਹਦਾ ਇੱਜ਼ਤ ਮਾਨ ਬੇਇੱਜ਼ਤੀ ਦੇਖੋ, ਕੋਈ ਵੀ ਨਹੀਂ ਚਾਹੁੰਦਾ ਕਿ ਮੈਂ ਜੇਲ੍ਹਾਂ 'ਚ ਚਲਾ ਜਾਵਾਂ। ਕੋਈ ਵੀ ਨਹੀਂ ਬੱਚਾ ਚਾਹੁੰਦਾ ਮੈਂ ਹਸਪਤਾਲਾਂ 'ਚ ਜਾਵਾਂ। ਕੋਈ ਵੀ ਨਹੀਂ ਚਾਹੁੰਦੀ ਮਾਂ ਕਿ ਮੇਰਾ ਬੱਚਾ ਮਰ ਜਾਏ। 10 ਸਾਲ ਦੀ ਉਮਰ, 20 ਸਾਲ ਦੀ ਉਮਰ, 30 ਸਾਲ ਦੀ ਉਮਰ ਦੇ ਵਿੱਚ ਕੋਈ ਮਾਂ ਨਹੀਂ ਚਾਹੁੰਦੀ ਮੇਰਾ ਬੱਚਾ ਮਰ ਜਾਏ। ਜਿਸਮ ਰੂਪੀ ਦੇ ਉੱਤੇ ਅਸੀਂ ਸਾਰੇ ਲੋਕ ਸਵਾਰਥੀ ਹਾਂ, ਸਭ ਲੋਕ ਲਾਲਚੀ ਆ। ਦੇਖੋ, ਕਿਸੇ ਵੀ ਜਾਤੀ ਪਾਤੀ ਵਿੱਚ ਸਾਡਾ ਜਨਮ ਹੋਵੇ, ਪਰਵਰਿਸ਼ ਹੋਵੇ ਸਾਡੀ, ਔਰ ਸਾਨੂੰ ਕੋਈ ਵੀ ਸਾਨੂੰ ਸਾਡਾ ਗੁਰੂ ਬਣੇ, ਸਾਨੂੰ ਕਿਸੇ ਨਾ ਕਿਸੇ ਕੰਮ ਕਾਰੋਬਾਰ ਨੂੰ ਸਿਖਾਏ ਜਾਂ ਵਿੱਦਿਆ ਗਿਆਨ ਦਾ ਹਾਸਲ ਹੋਵੇ, ਸਾਡਾ ਰੰਜ ਰਹਿੰਦਾ ਹੈ। ਅਸੀਂ ਹਰ ਇੱਕ ਆਦਮੀ ਉੱਤਲੇ ਬੰਦੇ ਨੂੰ ਵੇਖਦੇ ਹਾਂ। ਹਰ ਇੱਕ ਆਦਮੀ ਚਾਹੁੰਦਾ ਮੈਂ ਸਾਹਮਣੇ ਵਾਲੇ ਕੋਲ ਜ਼ਿਆਦਾ ਤਰੱਕੀ ਕਰਾਂ। ਸਾਨੂੰ ਕੋਈ ਦੇਸੋ ਪ੍ਰਦੇਸ਼ ਲੈ ਜਾਏ, ਜਾਂ ਸਾਨੂੰ ਆਪਣੇ ਨਾਲ ਕੋਈ ਰੱਖ ਲੇ, ਜਾਂ ਸਾਨੂੰ ਆਪਣੇ ਨਾਲ ਜੋੜਨਾ ਸ਼ੁਰੂ ਕਰ ਦੇ, ਜਾਂ ਸਾਨੂੰ ਕੋਈ ਕੰਮ ਸਿਖਾਉਣਾ ਸ਼ੁਰੂ ਕਰ ਦੇ। ਉਹ ਵਕਤ ਦੂਰ ਨਹੀਂ ਹੈ। ਹਰ ਇੱਕ ਇਨਸਾਨ ਚਾਹੁੰਦਾ ਹੈ ਕਿ ਜਿਹੜਾ ਸਾਨੂੰ ਕੰਮ ਸਿਖਾ ਰਿਹਾ ਮੈਂ ਉਹਦੇ ਤੋਂ ਵੀ ਜ਼ਿਆਦਾ ਤਰੱਕੀ ਕਰਾਂ। ਔਰ ਆਉਣ ਵਾਲੇ ਵਕਤਾਂ ਦੇ ਅੰਦਰ ਕੋਈ ਵੀ ਚੇਲਾ ਕਿਸੇ ਦਾ ਵੀ ਬਣੇਗਾ, ਉਹਦੇ ਨਾਲ ਮੁਕਾਬਲਾ ਕਰਨ ਨੂੰ ਤਿਆਰ ਹੋ ਜਾਂਦਾ ਹੈ। ਇੱਕ ਚੀਜ਼ ਜ਼ਰੂਰ ਹੈ ਦੁਨੀਆ ਵਿੱਚ, ਮਾਲਕ ਦੀ ਭਗਤੀ, ਭਜਨ ਸਿਮਰਨ। ਅਸੀਂ ਜਿਸਮ ਰੂਪੀ ਉੱਤੇ ਕਿੰਨੀਆਂ ਯਤਨਾਂ ਕਰਨੇ ਆ, ਕਿੰਨੀਆਂ ਮਿਹਨਤਾਂ ਕਰਨੇ ਆ, ਕਿੰਨੇ ਅਹੁਦੇ ਹਾਸਲ ਕਰਨੇ ਆ, ਕਿੰਨੇ ਬੰਗਲੇ ਬਣਾਉਂਦੇ ਆ, ਕਿੰਨੀਆਂ ਗੱਡੀਆਂ ਬਣਾਉਂਦੇ ਆ, ਕਿੰਨੇ ਅਹੁਦੇ ਹਾਸਲ ਕਰਨੇ ਆ। ਅਸੀਂ ਜਿੰਨੇ ਮਰਜ਼ੀ ਅਹੁਦੇ ਹਾਸਲ ਕਰ ਲਈਏ, ਜਿੰਨੀ ਮਰਜ਼ੀ ਇੱਜ਼ਤ ਬਣਾ ਲਈਏ, ਜਿੰਨਾ ਮਰਜ਼ੀ ਰੁਤਬਾ ਹਾਸਲ ਕਰ ਲਈਏ, ਜਿੰਨੇ ਮਰਜ਼ੀ ਦੇਸ਼ ਪ੍ਰਦੇਸ਼ ਸਾਰੇ ਘੁਮਾ ਆਈਏ, ਪਰ ਅਸਲੀ ਦੇਸ਼, ਅਸਲੀ ਸੱਚਖੰਡ ਉਹ ਅੰਦਰ ਹੈ। ਉੱਥੇ ਤੁਹਾਡੀ ਧਨ ਦੌਲਤ ਨਹੀਂ ਚੱਲੇਗੀ, ਉੱਥੇ ਕਿਸੇ ਦੀ ਜਾਣ ਪਛਾਣ ਨਹੀਂ ਚੱਲੇਗੀ, ਉੱਥੇ ਕਿਸੇ ਦੀ ਚਿਮਚਾਗਿਰੀ ਕਰਨ ਦੀ ਲੋੜ ਨਹੀਂ ਹੈ। ਉੱਥੇ ਤੁਹਾਨੂੰ ਕੋਈ ਚੀਜ਼ ਪੇਸ਼ ਨਹੀਂ ਕਰਨੀ। ਜੇ ਤੁਹਾਡੇ ਕੋਲ ਕੋਈ ਮਹਿੰਗੀ ਤੋਂ ਮਹਿੰਗੀ ਚੀਜ਼ ਹੈ, ਉਹ ਤੁਹਾਡੀਆਂ ਅੱਖਾਂ ਵਿੱਚ ਅਥਰੂ ਨੇ। ਇੱਕ ਉਹ ਅਥਰੂਆਂ ਦੀਆਂ ਕਈ ਸਪੀਟਾਂ ਨੇ। ਅਸੀਂ ਜਿਸਮ ਰੂਪੀ ਉੱਤੇ ਜਿੰਨੇ ਸਾਡੇ ਪ੍ਰਮਾਤਮਾ ਨੇ ਰਿਸ਼ਤੇ ਬਣਾਏ ਨੇ, ਅਸੀਂ ਉਹ ਰਿਸ਼ਤਿਆਂ ਦੇ ਹਿਸਾਬ ਨਾਲ ਸਾਡੇ ਅੱਖਾਂ 'ਚੋਂ ਅਥਰੂ ਗਿਰਦੇ ਨੇ। ਜਿਹੜਾ ਰਿਸ਼ਤਾ, ਜਿੰਨਾ ਕਿਸੇ ਨਾਲ ਪਿਆਰ ਹੋਏਗਾ, ਓਨੀ ਤੇਜ਼ ਅੱਖਾਂ 'ਚੋਂ ਅਥਰੂ ਗਿਰਨਗੇ। ਜਦੋਂ ਅਸੀਂ ਜਿਸਮ ਰੂਪੀ ਉੱਤੇ ਸਾਰਿਆਂ ਦੇ ਨਾਲ ਜਿਸਮ ਰੂਪੀ ਦਾ ਰਿਸ਼ਤਾ ਕਰਮ ਰੂਪੀ ਸਮਝ ਲਾਂਗੇ, ਔਰ ਅੰਤਰ ਰੂਪੀ, ਸ਼ਬਦ ਰੂਪੀ, ਅੰਮ੍ਰਿਤ ਰੂਪੀ ਅਸੀਂ ਇਹ ਸੋਚਾਂਗੇ ਕਿ ਇਹ ਆਤਮਾ ਦਾ ਜਿਹੜਾ ਰਿਸ਼ਤਾ ਸੱਚਾ ਪਿਤਾ ਪਰਮਾਤਮਾ ਨਾਲ ਹੈ, ਜਿਹੜਾ ਇਸ ਆਤਮਾ ਦਾ ਸੱਚਾ ਪਤੀ ਪਰਮੇਸ਼ਰ ਹੈ, ਜਿਹੜਾ ਸੱਚਾ ਇਸ ਆਤਮਾ ਦਾ ਮਾਤਾ ਪਿਤਾ ਹੈ, ਜਿਹੜਾ ਇਸ ਆਤਮਾ ਦਾ ਸੱਚਾ ਗੁਰੂ ਹੈ, ਜਿਹੜਾ ਸ਼ਬਦ ਰੂਪੀ ਰੱਬ ਹੈ, ਜਿਸ ਨੇ ਇਸ ਆਤਮਾ ਦੀ ਸੰਭਾਲ ਕਰਨੀ ਹੈ। ਇਹ ਜਿਸਮ ਰੂਪੀ ਲੈਣਾ ਦੇਣਾ ਦਾ ਰਿਸ਼ਤਾ ਹੈ, ਇਹ ਕਰਮ ਰੂਪੀ ਦਾ ਰਿਸ਼ਤਾ ਹੈ। ਇਹ ਸ਼ਕਲਾਂ, ਇਹ ਅਕਲਾਂ ਸਭ ਉਹ ਬਣਾਉਂਦਾ ਹੈ। ਇਹ ਸਾਰੀਆਂ ਚੀਜ਼ਾਂ ਨੂੰ ਛੱਡ ਕੇ ਜਿਹੜਾ ਅੰਤਰ ਧਿਆਨ ਲਗਾਉਂਦਾ ਹੈ, ਜਿਹੜਾ ਆਪਣੀਆਂ ਅੱਖਾਂ 'ਚੋਂ ਸ਼ਬਦ ਰੂਪੀ ਦੀ ਯਾਦ ਵਿੱਚ ਅਥਰੂ ਬਣਾਉਣ, ਉਸ ਦੀ ਦਇਆ ਮਿਹਰ ਨਾਲ ਉਹਦੇ ਚਰਨਾਂ ਵਿੱਚ ਪੈਂਦੇ ਨੇ। ਕਹਿੰਦੇ ਨੇ ਚਰਨ ਕਮਲ ਤੇਰੇ ਧੋਏ ਧੋਏ ਪਿਉ ਮੇਰੇ ਸਤਿਗੁਰੂ ਦੀਨ ਦਿਆਲਾ। ਇਹ ਜਿਸਮ ਰੂਪੀ ਦੇ ਚਰਨ ਧੋ ਕੇ ਅੰਤਰ ਰੂਪੀ ਅੰਤਰ ਧਿਆਨ ਕਰਕੇ ਵੀ ਉਸ ਪਰਮਾਤਮਾ ਦੇ ਸ਼ਬਦ ਰੂਪੀ
ਆਸੂ ਧੋਣੇ ਨੇ। ਦੇਖੋ ਜਿਹੜਾ ਬਾਹਰੋਂ ਘੜਾ ਠੰਡਾ ਹੋਏਗਾ, ਅੰਦਰੋਂ ਵੀ ਠੰਡਾ ਪਾਣੀ ਹੋਏਗਾ। ਜਿਹੜਾ ਅੰਦਰੋਂ ਖਾਲੀ ਹੋਏਗਾ, ਬਾਹਰੋਂ ਵੀ ਖਾਲੀ ਹੋਏਗਾ, ਉਹ ਸੁੱਕਾ ਸੁੱਕਾ ਨਜ਼ਰ ਆਏਗਾ, ਦਲਦਲਾ ਨਜ਼ਰ ਆਏਗਾ, ਸਹੀ ਨਹੀਂ ਹੈ। ਔਰ ਖਾਲੀ ਮਟਕੇ ਨੂੰ ਤੁਸੀਂ ਹਲਕਾ ਜਿਹਾ ਵੀ ਚੋੜ ਮਾਰੋਗੇ, ਆਵਾਜ਼ ਤੇਜ਼ ਹੋਏਗੀ। ਭਰੇ ਹੋਏ ਮਟਕੇ ਦੀ ਆਵਾਜ਼ ਨਹੀਂ ਹੁੰਦੀ ਕਿ ਉਹ ਅੰਦਰੋਂ ਭਰਿਆ ਹੋਇਆ ਨਿਰਮਲ ਪਾਣੀ, ਠੰਡਾ ਪਾਣੀ। ਇਸ ਤਰ੍ਹਾਂ ਹੀ ਅਸੀਂ ਇਸ ਦੁਨੀਆ ਦੇ ਵਿੱਚ ਸ਼ਬਦ ਰੂਪੀ, ਆਤਮਾ ਰੂਪੀ ਪਰਮਾਤਮਾ ਨਾਲ ਮਿਲ ਕੇ ਰਹਿਣਾ ਹੈ। ਔਰ ਜਿਹੜਾ ਇਸ ਪਰਮਾਤਮਾ ਉਸ ਪਰਮਾਤਮਾ ਨਾਲ ਮਿਲ ਲੈਂਦਾ ਹੈ, ਉਹਨੂੰ ਇਸ ਦੁਨੀਆ ਦੇ ਵਿੱਚ ਪਰਵਾਹ ਨਹੀਂ ਹੁੰਦੀ। ਉਹ ਸਭ ਨੂੰ ਸਿਆਣਾ ਸਮਝਦਾ ਹੈ, ਆਪਣੇ ਆਪ ਨੂੰ ਬੇਵਕੂਫ ਸਮਝਦਾ ਹੈ। ਕਿਉਂ? ਉਹਨੇ ਅੰਦਰ ਦੀ ਭਗਤੀ ਦੇ ਜ਼ਰੀਏ ਉਸ ਪਰਮਾਤਮਾ ਨੂੰ ਅਰਪਣ ਕਰ ਲਿਆ ਹੈ। ਕਿਉਂ? ਉਸ ਪਰਮਾਤਮਾ ਨੇ ਆਪਣੀ ਗੋਦ ਦੇ ਦਿੱਤੀ ਹੈ। ਉਹ ਬਾਹਰ ਮੁਖੀ ਜਿਸਮ ਰੂਪੀ ਦੀ ਫਿਰ ਪਰਵਾਹ ਨਹੀਂ ਕਰਦਾ। ਉਹਨੂੰ ਇੱਜ਼ਤ, ਮਾਣ, ਖੁਸ਼ੀ, ਦੁੱਖ, ਸੁੱਖ, ਸਾਰੀ ਜ਼ਿੰਮੇਵਾਰੀ ਉਹ ਸ਼ਬਦ ਰੂਪੀ ਪਿਤਾ ਚੁੱਕ ਲੈਂਦਾ ਹੈ। ਫਿਰ ਉਹਦੇ ਜਿਸਮ ਰੂਪੀ ਤੇ ਕਿੰਨੇ ਕਸ਼ਟ, ਕਿੰਨੀਆਂ ਦਿੱਕਤਾਂ, ਮੁਸੀਬਤਾਂ ਆਉਂਦੀਆਂ ਨੇ, ਉਹ ਬਾਹਰ ਮੁਖੀ ਜਿਸਮ ਰੂਪੀ 'ਚ ਜੇ ਉਹਦੇ ਕਿਸੇ ਕਾਰਨ ਅੱਖਾਂ 'ਚ ਅਥਰੂ ਗਿਰ ਜਾਂਦੇ ਨੇ, ਉਹਦੀ ਦਇਆ ਹੈ। ਉਹ ਹਮੇਸ਼ਾ ਇਹੋ ਚਾਹੁੰਦਾ ਹੈ ਕਿ ਅੰਤਰ ਰੂਪੀ ਇਸ 'ਤੇ ਸ਼ਬਦ ਰੂਪੀ ਆਂਸੂ ਗਿਰਨ। ਅਤੇ ਅਸੀਂ ਉਸ ਪਰਮਾਤਮਾ ਦੀ ਇੰਨੀ ਯਾਦਗਿਰੀ 'ਚ ਭਗਤੀ ਭਜਨ ਸਿਮਰਨ ਕਰਨਾ ਹੈ। ਹਾਲੇ ਕੋਈ ਇਸ ਤਰ੍ਹਾਂ ਦਾ ਫੁੱਲ ਨਹੀਂ ਬਣਿਆ, ਇਸ ਤਰ੍ਹਾਂ ਦਾ ਕੋਈ ਦੁੱਧ ਨਹੀਂ ਬਣਿਆ, ਇਸ ਤਰ੍ਹਾਂ ਦੀ ਕੋਈ ਮਹਿਕ ਨਹੀਂ ਹੈ, ਇਸ ਤਰ੍ਹਾਂ ਦਾ ਕੋਈ ਤੀਰਥ ਸਥਾਨ ਨਹੀਂ ਹੈ, ਇਸ ਤਰ੍ਹਾਂ ਦਾ ਕੋਈ ਧਰਮ ਸਥਾਨ ਨਹੀਂ ਹੈ, ਇਸ ਤਰ੍ਹਾਂ ਦਾ ਕੋਈ ਸਾਧੂ ਸੰਤ ਮਹਾਤਮਾ ਨਹੀਂ ਹੈ, ਇਸ ਤਰ੍ਹਾਂ ਦਾ ਦੇਸੋ ਪ੍ਰਦੇਸ਼ ਹਿੰਦੁਸਤਾਨ ਭਾਰਤ ਦੀ ਧਰਤੀ 'ਤੇ ਕੋਈ ਗੁਰੂ ਨਹੀਂ ਹੈ ਜਿਹੜਾ ਅੰਤਰ ਰੂਪੀ, ਅੰਦਰ ਸ਼ਬਦ ਰੂਪੀ ਸੱਚਖੰਡ ਵਿੱਚ ਪਰਮਾਤਮਾ, ਇਸ ਆਤਮਾ ਦਾ ਸੱਚਾ ਪਤੀ ਪਰਮੇਸ਼ਰ ਪਰਮਾਤਮਾ ਉਹ ਗੁਰੂ ਹੈ। ਜਿਸ ਤਰ੍ਹਾਂ ਹਰ ਇੱਕ ਜਿਸਮ ਰੂਪੀ ਬੱਚਾ ਚਾਹੁੰਦਾ ਹੈ ਕਿ ਮੇਰਾ ਮਾਤਾ ਪਿਤਾ ਬਹੁਤ ਅੱਛਾ ਹੋਵੇ, ਜੇਲ੍ਹਾਂ ਵਿੱਚ ਨਾ ਹੋਵੇ, ਹਸਪਤਾਲਾਂ ਹੀ ਨਾ ਹੋਵੇ, ਮੇਰੇ ਬਚਪਨ ਜਿਸਮ ਰੂਪੀ ਮੇਰੀ ਮਾਂ ਜਨਮ ਦਿੰਦੇ ਸਾਰ ਮਰ ਜਾਏ, ਜਿਸਮ ਰੂਪੀ ਪਿਤਾ ਮਰ ਜਾਏ। ਜੋ ਪਰਵਰਿਸ਼ ਮਾਂ ਪਿਓ ਕਰ ਸਕਦੇ ਨੇ ਜਿਸਮ ਰੂਪੀ 'ਚ, ਉਹ ਬੱਚਾ ਕਿਸੇ ਵੀ ਮਾਂ ਪਿਓ ਦੀ ਗੋਦ ਵਿੱਚ ਪਲ ਕੇ ਉਹਦੇ ਮਨ ਵਿੱਚ ਇੰਨੀ ਖੁਸ਼ੀ ਨਹੀਂ ਹੁੰਦੀ। ਤੁਸੀਂ ਆਪਣਾ ਬੱਚਾ ਕਿਸੇ ਨੂੰ ਗੋਦ ਦੇ ਦੇਣਾ ਔਰ ਉਹ ਬੱਚਾ ਤੁਹਾਡਾ ਲੈ ਜਾਏ, 20-25 ਸਾਲ ਬੀਤ ਜਾਣ, ਉਹ ਬਾਹਰ ਦੇ ਮੁਲਕਾਂ ਵਿੱਚ ਲੈ ਕੇ ਗਏ ਨੇ, ਉਹਨੂੰ ਕੋਈ ਜਾਣਕਾਰ ਜਾ ਕੇ ਕਹੇ ਤੇਰੇ ਅਸਲੀ ਮਾਤਾ ਪਿਤਾ ਜਿਹਨੇ ਤੈਨੂੰ ਜਨਮ ਦਿੱਤਾ ਸੀ, ਉਹ ਦਿੱਲੀ ਵਿੱਚ ਬਹੁਤ ਛੋਟਾ ਕੰਮ ਕਰਦੇ ਨੇ, ਭਾਂਡੇ ਮਾਂਜਦੇ ਨੇ ਘਰ ਘਰ ਜਾ ਕੇ, ਤੇਰਾ ਪਿਤਾ ਬੜੀ ਗਰੀਬੀ ਹਾਲਾਤ ਵਿੱਚ ਜਿੰਦਾ ਹੈ। ਉਹ ਆਪਣੇ ਬਾਲ ਬੱਚੇ ਚਿਮਕ ਧਮਕ ਨੂੰ ਛੱਡ ਕੇ ਉਹਦੇ ਮਨ ਵਿੱਚ ਕਸ਼ਕ ਜਾਗੇਗੀ ਕਿ ਮੇਰੇ ਅਸਲੀ ਮਾਤਾ ਪਿਤਾ ਕਰਮ ਰੂਪੀ 'ਚ ਕਿੱਥੇ ਨੇ। ਉਹ ਸਭ ਕੁਝ ਛੱਡ ਕੇ ਹਵਾਈ ਜਹਾਜ਼ ਪਕੜ ਕੇ ਦਿੱਲੀ ਆ ਜਾਏਗਾ ਔਰ ਆਪਣੇ ਮਾਤਾ ਪਿਤਾ ਨਾਲ ਮਿਲੇਗਾ ਔਰ ਉਹਨਾਂ ਨਾਲ ਗੱਲਬਾਤ ਕਰੇਗਾ, ਕਿਹੜੀ ਮਜਬੂਰੀ ਸੀ ਤੁਸੀਂ ਮੈਨੂੰ ਬਾਹਰ ਭੇਜਿਆ। ਫਿਰ ਮਾਂ-ਬਾਪ ਕਹਿਣਗੇ ਸਾਡੇ ਕੋਲ ਧਨ ਦੌਲਤ ਦੀ ਕਮੀ ਸੀ, ਤੂੰ ਬਿਮਾਰ ਹੋ ਗਿਆ ਸੀ, ਇਸ ਵਾਸਤੇ ਤੈਨੂੰ ਅਸੀਂ ਗੋਦ ਦੇ ਦਿੱਤਾ ਸੀ। ਫਿਰ ਉਹਨੂੰ ਸੰਤੋਸ਼ ਔਰ ਸਬਰ ਆਏਗਾ। ਇਸ ਤਰ੍ਹਾਂ ਹੀ ਇਹ ਆਤਮਾ ਸੱਚਖੰਡ ਵਿੱਚ ਸਮਾਧੀ ਲਗਾ ਕੇ ਬੈਠੀ ਹੁੰਦੀ ਹੈ। ਅਸੀਂ ਉਸ ਪਰਮਾਤਮਾ ਦੇ ਅੱਗੇ ਪ੍ਰਾਰਥਨਾ ਕਰਦੇ ਹਾਂ ਜਿਹਦੀ ਕਰਮ ਭੂਮੀ ਸੱਚ ਇਹ ਧਰਤੀ ਹੈ, ਇਹ ਜ਼ਮੀਨ ਰੂਪੀ, ਇੱਥੇ ਅਸੀਂ ਜ਼ਬਰਦਸਤੀ ਉਸ ਮਾਲਕ ਦੇ ਨਾਲ ਜਿੱਦ ਕਰਕੇ ਇਹ ਕਰਮ ਭੂਮੀ ਜਿਸਮ ਰੂਪੀ 'ਚ ਜਨਮ ਹੁੰਦਾ ਹੈ। ਸਾਡੇ ਇੱਥੇ ਬਾਲ ਬੱਚੇ ਰਿਸ਼ਤੇ ਬਣ ਜਾਂਦੇ ਨੇ, ਸਾਨੂੰ ਅਹੁਦੇ ਮਿਲ ਜਾਂਦੇ ਨੇ, ਅਸੀਂ ਆਪਣੇ ਆਪ ਨੂੰ ਦੁਨੀਆ ਵਿੱਚ ਜਿਸਮ ਰੂਪੀ ਸਿਆਣਾ ਸਮਝਦੇ ਹਾਂ। ਪਰ ਪਰਮਾਤਮਾ ਕੀ ਕਹਿ ਰਿਹਾ ਹੈ, ਤੂੰ ਜਿਸਮ ਰੂਪੀ ਸਿਆਣਾ ਹੋ ਸਕਣਾ ਹੈ, ਆਤਮਾ ਰੂਪੀ 'ਚ ਮੈਨੂੰ ਸਮਝ ਕੇ ਤੂੰ ਮੇਰਾ ਇੱਕ ਬੱਚਾ ਹੈ, ਤੂੰ ਮੇਰੀ ਰੂਹ ਹੈ। ਜਦੋਂ ਅਸੀਂ ਧਿਆਨ ਦੀ ਰਿਧੀ ਕਰਾਂਗੇ, ਸਮਾਧੀ ਵਿੱਚ ਬੈਠਾਂਗੇ, ਉਹ ਪਰਮਾਤਮਾ ਸਾਨੂੰ ਸਾਰੇ ਰਿਸ਼ਤੇ ਜਿਸਮ ਰੂਪੀ ਦੇ ਚੋਲੇ ਦੇ ਦਿਖਾ ਦੇਣਗੇ ਕਿ ਅਸੀਂ ਕਰਮ ਭੂਮੀ ਧਰਤੀ 'ਤੇ ਕਿੰਨੀ ਵਾਰੀ ਆਏ ਹਾਂ। ਇਹ ਉਹ ਦਇਆ ਕਰੇਗਾ। ਫਿਰ ਜਦੋਂ ਕਰਮ ਰੂਪੀ ਜਿਸਮ ਰੂਪੀ ਫਿਰ ਇਸ ਆਤਮਾ ਇਸ ਜਿਸਮ ਵਿੱਚ ਪ੍ਰਵੇਸ਼ ਕਰੇਗੀ, ਫਿਰ ਸਾਨੂੰ ਪਤਾ ਚੱਲ ਜਾਏਗਾ ਅਸੀਂ ਕਈ ਜਨਮ ਆਏ ਹਾਂ। ਫਿਰ ਸਾਨੂੰ ਛੀਨੇ ਕੀ ਆਸ ਮੌਤ ਕੀ ਤਿਆਰੀ, ਹੱਥ ਕਾਰ ਤੇ ਦਿਲ ਯਾਰ ਤੇ ਸਾਨੂੰ ਸਮਝ ਆ ਜਾਏਗੀ, ਸਾਨੂੰ ਹੋਸ਼ ਆ ਜਾਏਗੀ ਵੀ ਸਾਡਾ ਸੱਚਾ ਪਤੀ ਪਰਮੇਸ਼ਰ ਪਰਮਾਤਮਾ ਆਤਮਾ ਦਾ ਮਾਲਕ ਉਹ ਸੱਚਖੰਡ ਹੈ। ਇਹ ਕਰਮ ਰੂਪੀ ਦਾ ਮੇਲਾ ਹੈ। ਅਸੀਂ ਉਸ ਪਰਮਾਤਮਾ ਦੇ ਅੱਗੇ ਪ੍ਰਾਰਥਨਾ ਕਰਦੇ ਹਾਂ। ਕਰੋਨਾ ਵਾਇਰਸ ਦੀ ਜਿਹੜੀ ਬਿਮਾਰੀ ਆਈ ਹੈ,
हे परमात्मा इनकी समाप्ति करो, सब ते दया करो, सब ते काम कारोबार खोलो, सब ते कृपा करो। जय गुरु जी। आत्मा स्वामी।